Hello everyone, welcome back to Suksha Ma'am ki classes and today we will be solving Model Test Paper Class 10th English September 2021. ਅਸੀਂ class 10ਵੀਂ ਦਾ Model Test Paper solve ਕਰਾਂਗੇ NAS ਤੋਂ related ਜੋ English subject ਦਾ ਹੈ ਤੇ September 2021 ਦਾ ਹੈ। Maximum marks ਨੇ 35 that is 35। ਹੁਣ ਅੱਜ ਦਾ Model Test Paper ਅਸੀਂ OMR sheet ਤੇ solve ਕਰਾਂਗੇ because ਫਾਈਨਲੀ ਤੁਹਾਨੂੰ OMR ਸ਼ੀਟ ਤੇ ਨੂੰ ਸੋਲਵ ਕਰਨਾ ਹੈ ਤੇ ਤੁਹਾਡੀ ਪ੍ਰੈਕਟਿਸ ਹੋ ਜਾਏਗੀ ਰੈਗੂਲਰਲੀ ਜੇ ਵੀਡੀਓਜ਼ ਨੂੰ ਤੁਸੀਂ OMR ਸ਼ੀਟ ਨਾਲ ਸੋਲਵ ਕਰਦੇ ਹੋਏ ਵੇਖੋਗੇ। ਨਾਓ ਲੈਟਸ ਸਟਾਰਟ। ਹੁਣ ਬੱਚਿਓ ਕਦੇ ਕਦੇ ਕੀ ਹੁੰਦਾ ਹੈ ਅਸੀਂ ਇੱਕ ਵਾਰ ਪੈਰਾ ਪੜਿਆ ਦੋ ਵਾਰ ਪੈਰਾ ਪੜਿਆ ਫॉर द ਸੇਕ ਆਫ ਅੰਡਰਸਟੈਂਡਿੰਗ ਅਸੀਂ ਤੀਜੀ ਵਾਰ ਵੀ ਪੈਰਾ ਪੜ ਲਿਆ ਬਟ ਸਾਨੂੰ ਪੈਰਾਗ੍ਰਾਫ ਚੰਗੀ ਤਰ੍ਹਾਂ ਸਮਝ ਨਹੀਂ ਆ ਰਿਹਾ ਠੀਕ ਹੈ। ਹੁਣ ਆਨਸਰਸ ਕਿਵੇਂ ਲਿਖੀਏ ਬਿਕੋਜ਼ ਆਨਸਰ ਅਸੀਂ ਛੱਡ ਨਹੀਂ ਸਕਦੇ ਰਾਈਟ ਤੇ ਅੱਜ ਦਿਸ ਵੀਡੀਓ ਤੇ ਮੈਂ ਤੁਹਾਨੂੰ ਉਹ ਸਮਝਾਵਾਂਗੀ ਕਿ ਜੇ ਪੈਰਾਗ੍ਰਾਫ ਸਮਝ ਨਹੀਂ ਆ ਰਿਹਾ ਹੈ ਤੇ ਫਿਰ ਵੀ ਆਨਸਰਸ ਕਿਵੇਂ ਲੱਭੇ ਜਾ ਸਕਦੇ ਨੇ ਉਹ ਵੀ ਕਰੈਕਟ ਠੀਕ ਹੈ। ਸੋ ਲੈਟਸ ਸਟਾਰਟ। ਹੁਣ ਤੁਸੀਂ ਪੈਰਾਗ੍ਰਾਫ ਪੜਿਆ ਤੁਹਾਨੂੰ ਸਮਝ ਨਹੀਂ ਆਇਆ ਤੁਸੀਂ ਦੂਜੀ ਵਾਰ ਪੜਿਆ ਨਹੀਂ ਆਇਆ ਕੋਈ ਗੱਲ ਨਹੀਂ ਅਸੀਂ ਹੁਣ ਇੱਕ ਹੋਰ ਤਰੀਕਾ ਵੇਖਦੇ ਹਾਂ ਜਿਸ ਨਾਲ ਅਸੀਂ ਪੈਰਾਗ੍ਰਾਫ 'ਚ ਕਰੈਕਟ ਆਨਸਰਸ ਲੱਭ ਸਕਦੇ ਹਾਂ। Question number 1 which are the largest living and things on the earth ਹੁਣ ਕੁਐਸਚਨ ਆ ਰਿਹਾ ਹੈ which are the largest living thing on the earth ਹੁਣ ਤੁਸੀਂ ਜਾਂ ਤੇ ਇਸ ਲਾਈਨ ਨੂੰ ਜਾਂ ਇਸ ਆਪਸ਼ਨਸ ਨੂੰ ਪੈਰਾਗ੍ਰਾਫ 'ਚ ਸਰਚ ਕਰੋ largest living thing on the earth ਕਿੱਥੇ ਲਿਖਿਆ ਹੋਇਆ ਦੇਖੋ ਇਹ ਦੇਖੋ largest living thing on the earth ਹੁਣ ਇਹ ਪੂਰੀ ਲਾਈਨ ਤੁਸੀਂ ਸਟੱਡੀ ਕਰੋ Trees are the largest living thing on the earth and they live longer than any animal ਹੁਣ ਦੇਖੋ tree ਲਿਖਿਆ ਆ ਰਿਹਾ ਕਿ ਆਪਸ਼ਨ ਹੈਗਾ ਹਾਂਜੀ ਹੈਗਾ ਆਪਸ਼ਨ B ਸਾਡਾ ਆਨਸਰ ਹੈ ਨਾਲ ਦੇ ਨਾਲ ਹੀ ਕੁਐਸਚਨ ਨੰਬਰ 1 ਚ ਤੁਸੀਂ ਆਨਸਰ ਸ਼ੀਟ ਤੇ ਆਪਣਾ B ਆਪਸ਼ਨ ਨੂੰ 2 ਨੰਬਰ ਨੂੰ ਫਿਲ ਕਰ ਦੇਣਾ ਹੈ ਪ੍ਰੋਪਰਲੀ ਮੈਂ ਲੈਪਟਾਪ ਤੋਂ ਕਰ ਰਹੀ ਹਾਂ ਮੇਰੀ ਇੰਨੀ ਅੱਛੀ ਤਰ੍ਹਾਂ ਫਿਲਿੰਗ ਨਹੀਂ ਹੋ ਸਕਦੀ ਹੈ ਯੂ ਨੋ ਇਟ ਵੈਰੀ ਵੈਲ ਤੁਸੀਂ ਆਪਣੀ ORM ਸ਼ੀਟ 'ਚ ਚੰਗੀ ਤਰ੍ਹਾਂ ਇਹਨੂੰ ਭਰਨਾ ਹੈ। ਨੈਕਸਟ Which kind of tallest tree have grown to well over 330 feet? ਹੁਣ ਤੁਸੀਂ ਪੈਰਾਗ੍ਰਾਫ 'ਚ ਵਰਡ ਲੱਭੋ 330 feet ਕਿੱਥੇ ਲਿਖਿਆ 330 feet ਇਹ ਲਿਖਿਆ ਹੋਇਆ ਹੁਣ ਪੂਰੀ ਲਾਈਨ ਪੜੋ The tallest tree are the mountain ashes which have grown to well over 330 tree ਹੁਣ ਇਹਦਾ ਆਨਸਰ ਆ ਰਿਹਾ mountain ashes according to this line ਵੇਖੋ ਲਿਖਿਆ ਹੈ ਹਾਂਜੀ ਆਪਸ਼ਨ C ਹੁਣ ਦੂਜੇ ਨੰਬਰ ਦਾ ਤੁਸੀਂ ਆਪਸ਼ਨ C ਭਰਨਾ ਹੈ which is 3 over here ਇਹਨੂੰ ਤੁਸੀਂ ਚੰਗੀ ਤਰ੍ਹਾਂ ਫਿਲ ਕਰ ਦੇਣਾ ਹੈ। ਨੈਕਸਟ What is photosynthesis? Photosynthesis ਕੀ ਹੁੰਦਾ ਹੈ ਜੇ ਤੁਸੀਂ 10ਵੀਂ ਦੇ ਬੱਚੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ photosynthesis ਕੀ ਹੁੰਦਾ ਹੈ It's a process of making food, right? Plants ਖਾਣਾ ਬਣਾਉਂਦੇ ਤੁਹਾਨੂੰ ਪੈਰਾਗ੍ਰਾਫ ਸਰਚ ਕਰਨ ਦੀ ਲੋੜ ਨਹੀਂ ਹੈ ਬਟ ਫਿਰ ਵੀ ਜਿਨ੍ਹਾਂ ਨੂੰ ਨਹੀਂ ਪਤਾ ਉਹਨੂੰ ਸਰਚ ਕਰ ਸਕਦੇ ਨੇ ਇੱਥੇ ਤੁਸੀਂ photosynthesis ਵਰਡ ਲੱਭੋ ਹੁਣ ਕਿੱਥੇ ਲਿਖਿਆ ਹੈ photosynthesis ਠੀਕ ਹੈ ਹੁਣ ਇਹ ਲਿਖਿਆ photosynthesis Like all green plants they build up their food by the process of photosynthesis ਆਪਣਾ ਖਾਣਾ ਬਣਾ ਰਹੇ ਨੇ ਤੇ ਇੱਥੇ ਆਪਸ਼ਨ ਵੇਖੋ ਕੀ ਆ ਰਿਹਾ food A ਥਰਡ ਦਾ ਆਨਸਰ ਹੈ A ਇੱਥੇ ਤੁਸੀਂ ਨੰਬਰ 1 ਫਿਲ ਕਰ ਦੋਗੇ 3 ਅੱਗੇ ਧਿਆਨ ਨਾਲ ਵੇਖ ਕੇ ਉੱਪਰ ਥੱਲੇ ਨਹੀਂ ਕਰਨਾ ਉੱਪਰ ਥੱਲੇ ਹੋ ਗਿਆ ਇੱਕ ਵੀ ਰੋਂਗ ਹੋ ਗਿਆ ਸਾਰਾ ਰੋਂਗ ਹੋ ਜਾਏਗਾ। ਨੈਕਸਟ Question number 4 Which of the following is called the lungs of the world? Again ਪੈਰਾਗ੍ਰਾਫ ਰੀਡ ਕਰਨ ਦੀ ਲੋੜ ਨਹੀਂ ਹੈ ਲੰਗਸ ਕਿਹਨੂੰ ਕਿਹਾ ਜਾਂਦਾ ਹੈ ਦੁਨੀਆ ਦੀ ਸਾਡੇ ਪੇੜ ਪੌਦੇ ਸਾਡੇ ਫੋਰੈਸਟ ਬਟ ਫਿਰ ਵੀ ਤੁਸੀਂ ਇੱਕ ਵਾਰ ਕਨਫਰਮ ਕਰੋ ਕਿੱਥੇ ਲਿਖਿਆ ਹੈ ਲੰਗਸ ਆਫ ਦੀ ਵਰਲਡ ਇਹ ਲੋ lungs of the world ਕਿਹਨੂੰ ਕਿਹਾ ਗਿਆ ਹੈ that is why the great forests ਜੰਗਲਾਂ ਨੂੰ ਆਪਸ਼ਨ ਹੈਗਾ C ਤੁਸੀਂ 4th ਆਨਸਰ ਸ਼ੀਟ ਤੇ ਆਪਣਾ C 3 ਨੰਬਰ ਨੂੰ ਤੁਸੀਂ ਕਰਨਾ ਹੈ ਠੀਕ ਹੈ। Question number 5 trees are important for ਹੁਣ ਪੇੜ ਸਾਡੇ ਲਈ ਕਿਉਂ ਜ਼ਰੂਰੀ ਨੇ A medicine B preventing soil erosion C oxygen D all of the above ਮੈਨੂੰ ਨਹੀਂ ਲੱਗਦਾ ਇਹਦਾ ਆਨਸਰ ਦੇਣ ਲਈ ਤੁਹਾਨੂੰ ਪੈਰਾਗ੍ਰਾਫ ਰੀਡ ਕਰਨ ਦੀ ਲੋੜ ਹੈ ਬਿਕੋਜ਼ ਯੂ ਨੋ ਇਟ ਵੈਰੀ ਵੈਲ ਇਹ ਤਿੰਨੋਂ ਚੀਜ਼ਾਂ ਸਾਨੂੰ ਪੇੜ ਤੋਂ ਮਿਲਦੀਆਂ ਨੇ ਤੇ ਇਸ ਲਈ ਪੇੜ ਸਾਡੇ ਲਈ ਜ਼ਰੂਰੀ ਨੇ ਤੇ ਆਪਸ਼ਨ D ਸਾਡਾ ਆਨਸਰ ਹੈ ਅਸੀਂ 5th ਨੰਬਰ ਤੇ ਅੱਗੇ 4 ਨੂੰ ਮੀਨਸ D ਨੂੰ ਚੰਗੀ ਤਰ੍ਹਾਂ ਅਸੀਂ ਭਰ ਦਾਂਗੇ ਕਿਹਦੇ ਨਾਲ ਬਲੂ ਜਾਂ ਬਲੈਕ ਬਾਲ ਪੈਨ ਨਾਲ ਨੈਕਸਟ ਰੀਡ ਦ ਪੈਸੇਜ ਐਂਡ ਆਨਸਰ ਦ ਕੁਐਸਚਨਸ ਦੈਟ ਫੋਲੋ ਇਸ ਪੈਸੇਜ ਪੜ੍ਹਿਆ ਨਹੀਂ ਸਮਝ ਲੱਗਾ ਫਿਰ ਵੀ ਅਸੀਂ ਕੁਐਸਚਨਸ ਅਟੈਂਪਟ ਕਰਨੇ ਆ According to the passage, which of the following is not a quality of tea? ਚਾਹ ਦੀ ਕਿਹੜੀ ਕੁਆਲਿਟੀ ਨਹੀਂ ਹੈ ਇਨ ਚਾਰਾਂ ਵਿੱਚੋਂ ਪਹਿਲੇ ਆਪਸ਼ਨਸ ਪੜੋ ਜ਼ਰਾ delicious, alcoholic, healthy, natural ਹੁਣ
ਪੈਰਾਗ੍ਰਾਫ ਨੂੰ ਸਮਝੇ ਬਿਨਾ ਵੀ ਇਹਦਾ ਆਨਸਰ ਦਿੱਤਾ ਜਾ ਸਕਦਾ ਹੈ ਕਿ ਜਿਹੜਾ ਸਾਡੀ ਟੀ ਹੈਗੀ ਹੈ ਉਹ ਐਲਕੋਹਲਿਕ ਐਲਕੋਹਲ ਦੇ ਬਰਾਬਰ ਨਹੀਂ ਹੁੰਦੀ ਹੈ, ਤੇ ਆਪਸ਼ਨ ਬੀ ਸਾਡਾ ਆਨਸਰ ਹੈ। 6 ਤੇ ਅੱਗੇ ਜਾ ਕੇ ਨੰਬਰ 2 ਨੂੰ ਚੰਗੀ ਤਰ੍ਹਾਂ ਫਿਲ ਕਰ ਦਿਓ। Next, according to the passage, how is tea different from the other exotic drinks? ਹੁਣ ਸਾਡੀ ਜਿਹੜੀ ਟੀ ਹੁੰਦੀ, ਸਾਡੀ ਚਾਹ ਹੁੰਦੀ ਹੈ, ਬਾਕੀ exotic drinks ਤੋਂ ਕਿਵੇਂ ਅਲੱਗ ਹੈ? ਠੀਕ ਹੈ, ਹੁਣ ਅਸੀਂ ਪੈਰਾਗ੍ਰਾਫ 'ਚ exotic word ਨੂੰ ਲੱਭਾਂਗੇ ਜਿੱਥੇ ਲਿਖਿਆ ਹੋਏਗਾ, ਇਹ ਲਿਖਿਆ ਜੇ exotic drinks। ਹੁਣ ਇਹਨੂੰ ਪੂਰਾ ਲਾਈਨ ਨੂੰ ਪੜੋ। It has wonderful array of different tastes and flavors, yet unlike other exotic drinks, it is inexpensive। ਇਹ ਮਹਿੰਗੀ ਨਹੀਂ ਹੁੰਦੀ ਹੈ। ਹੁਣ ਸਾਡਾ ਆਪਸ਼ਨ ਕਿਹੜਾ ਆਏਗਾ? inexpensive ਵਾਲਾ। ਕਿੱਥੇ ਲਿਖਿਆ ਹੈ? ਆਪਸ਼ਨ ਸੀ, it is inexpensive। 7ਵੇਂ ਨੰਬਰ ਅੱਗੇ ਅਸੀਂ ਆਪਸ਼ਨ ਸੀ ਨੂੰ ਭਰ ਦਾਂਗੇ ਚੰਗੀ ਤਰ੍ਹਾਂ। Next, which of the following means that tea is a delicious drink? ਹੁਣ ਕਿਹੜੀ ਲਾਈਨ ਤੋਂ ਪਤਾ ਚੱਲਦਾ ਹੈ ਜਿਹੜੀ ਚਾਹ ਹੁੰਦੀ ਹੈ ਬਹੁਤ ਸਵਾਦ ਹੁੰਦੀ ਹੈ? ਮੈਨੂੰ ਲੱਗਦਾ ਪੈਰਾਗ੍ਰਾਫ ਲੱਭਣ ਦੀ ਲੋੜ ਹੈ। ਹੁਣ ਆਪਸ਼ਨਸ ਦੇਖੋ। ਇਟ ਇਜ਼ ਐਕਸਪੈਂਸਿਵ ਮਤਲਬ ਮਹਿੰਗੀ, ਇਟ ਇਜ਼ ਨੈਚੁਰਲ ਡਰਿੰਕ, ਇਟ ਹੈਜ਼ ਲਵਲੀ ਫਲੇਵਰਸ, ਇਟ ਹੈਜ਼ ਵੈਰਾਈਟੀ ਆਫ ਟੇਸਟ। ਹੁਣ ਡਿਲੀਸ਼ੀਅਸ ਕਦੋਂ ਲੱਗਦਾ? ਸਾਨੂੰ ਸਾਡੇ ਜ਼ੁਬਾਨ ਨੂੰ ਜੋ ਚੀਜ਼ ਚੰਗੀ ਲੱਗੇ ਉਹਨੂੰ ਅਸੀਂ ਡਿਲੀਸ਼ੀਅਸ ਕਹਿੰਦੇ ਹਾਂ। ਠੀਕ ਹੈ, ਅਸੀਂ ਜ਼ੁਬਾਨ ਤੋਂ ਕੀ ਟੇਸਟ ਕਰ ਰਹੇ ਹਾਂ? ਵੱਖਰੇ ਵੱਖਰੇ ਫਲੇਵਰਸ ਟੇਸਟ ਕਰਦੇ ਹਾਂ, ਹਨਾ, ਕਿ ਹਾਂ ਇਹ ਫਲੇਵਰ ਬਹੁਤ ਅੱਛਾ ਹੈ ਜਾਂ ਇਹ ਫਲੇਵਰ ਮਾੜਾ ਹੈ, ਤੇ ਇਹਦਾ ਮਤਲਬ ਆਪਸ਼ਨ ਸੀ ਸਾਡਾ ਆਨਸਰ ਆਏਗਾ, ਇਟ ਹੈਜ਼ ਲਵਲੀ ਫਲੇਵਰਸ। ਹੁਣ 8 ਦੇ ਅੱਗੇ ਵੀ ਅਸੀਂ ਸੀ ਨੂੰ ਸਰਕਲ ਕਰ ਦਾਂਗੇ। Question 9, how long can one keep harvesting tea from a single tea bush? ਹੁਣ ਇੱਕ ਟੀ ਬੁਸ਼ ਤੋਂ ਕਿੰਨੀ ਸਾਲਾਂ ਤੱਕ ਹਾਰਵੈਸਟਿੰਗ ਕੀਤੀ ਜਾ ਸਕਦੀ ਹੈ? ਹੁਣ ਇਹਦੇ ਲਈ ਸਾਨੂੰ ਪੈਰਾਗ੍ਰਾਫ ਵੇਖਣਾ ਪਏਗਾ, ਸਾਨੂੰ ਵੇਖਣਾ ਪਏਗਾ ਨੰਬਰ ਕਿੱਥੇ ਲਿਖਿਆ ਹੋਇਆ ਹੈ ਵਾਲਾ ਸਿੰਗਲ ਟੀ ਤੇ ਇਹ ਲਿਖਿਆ ਜੇ A single tea bush will produce tea for at least half a century। ਸੈਂਚੁਰੀ ਕੀ ਹੁੰਦੀ ਹੈ ਪਤਾ ਹੈ? ਕ੍ਰਿਕਟ ਵੇਖਦੇ ਹੋ? ਸਚਿਨ ਨੇ ਸੈਂਚੁਰੀ ਮਾਰੀ ਮਤਲਬ ਕਿੰਨੇ ਰਨ ਮਾਰੇ? 100 ਰਨ ਮਾਰੇ। ਹਾਫ ਅ ਸੈਂਚੁਰੀ, ਹਾਫ ਸੈਂਚੁਰੀ ਪਤਾ ਹੈ 50 ਰਨ, ਤੇ ਇਹਦਾ ਮਤਲਬ ਕਿੰਨੇ ਸਾਲ ਹੋ ਗਏ? 50 ਸਾਲਾਂ ਲਈ। ਆਪਸ਼ਨ ਸੀ। 9 ਦੇ ਅੱਗੇ ਵੀ ਅਸੀਂ ਆਪਸ਼ਨ ਸੀ ਨੂੰ ਕਰ ਦਾਂਗੇ। ਨਾਲ ਨਾਲ ਕਰਦੇ ਰਹੋ ਨਹੀਂ ਤਾਂ ਬਾਅਦ ਚ ਪ੍ਰੋਬਲਮ ਹੋ ਜਾਂਦੀ ਹੈ। Indian tea is very popular with tea drinkers all over the world because ਹੁਣ ਇੰਡੀਅਨ ਟੀ ਜਿਹੜੀ ਹੁੰਦੀ ਹੈ ਉਹ ਬੜੀ ਫੇਮਸ ਹੈ। ਕਿਉਂ ਫੇਮਸ ਹੈ? ਹੁਣ ਇਹ ਆਨਸਰਸ ਐਗਜ਼ੈਕਟ ਅਸੀਂ ਲੱਭਾਂਗੇ ਇਹਦੇ ਉੱਪਰ ਪੈਸੇਜ ਵਿੱਚੋਂ। ਦੇਖੋ ਜ਼ਰਾ, ਇੰਡੀਆ ਕਿੱਥੇ ਲਿਖਿਆ? ਇੱਥੇ ਲਿਖਿਆ ਹੈ, ਬਾਕੀ ਕੰਟਰੀਜ਼ ਦਾ ਨਾਮ ਵੀ ਹੈ ਨਹੀਂ। India is one of the world's largest tea producer and because of the variety and quality available, Indian tea has been the choice of tea drinker all over 100 years। ਹੁਣ ਕੀ ਰੀਜ਼ਨ ਕੀ ਹੈ ਇੰਡੀਆ ਦੀ ਚਾਹ ਫੇਮਸ ਹੋਣ ਦਾ? ਵੈਰਾਈਟੀ ਹੈ ਤੇ ਕੁਆਲਿਟੀ ਹੈ। ਕਿੱਥੇ ਲਿਖਿਆ ਵੈਰਾਈਟੀ ਐਂਡ ਕੁਆਲਿਟੀ? ਆਪਸ਼ਨ ਬੀ। 10ਵੇਂ ਦਾ ਅਸੀਂ ਟਿਕ ਕਰਾਂਗੇ ਆਪਸ਼ਨ ਬੀ। ਸੌਰੀ ਕਿਡਸ, ਮੈਂ ਥੋੜਾ ਫਾਸਟ ਬੋਲ ਰਹੀ ਹਾਂ ਬਿਕੋਜ਼ ਮੈਂ ਇਸ ਵੀਡੀਓ ਨੂੰ ਲੰਬਾ ਖਿੱਚਣਾ ਨਹੀਂ ਚਾਹੁੰਦੀ ਹਾਂ, ਇਸ ਲਈ। ਹੁਣ ਫਿਰ ਪੈਸੇਜ ਪੜਿਆ, ਨਹੀਂ ਸਮਝ ਲੱਗਾ, ਆਨਸਰਸ ਫਿਰ ਵੀ ਲੱਭਣੇ ਨੇ। ਹੋਮੀਜ਼ ਪੇਰੈਂਟਸ took him to the doctor because he, ਹੋਮੀ ਦੇ ਪੇਰੈਂਟਸ ਨੂੰ ਡਾਕਟਰ ਕੋ ਕਿਉਂ ਲੈ ਕੇ ਗਏ ਸੀ? ਲੱਭੋ, ਡਾਕਟਰ ਵਰਡ ਕਿੱਥੇ ਲਿਖਿਆ ਆ ਰਿਹਾ ਸਟਾਰਟਿੰਗ 'ਚ? many doctors। His mother Mehran and her father Jahangir took him to many doctors। क्यों ਲੈ ਕੇ ਗਏ? He slept much less than children of his age। ਇਹ ਲਾਈਨ ਦਾ ਆਨਸਰ ਹੈ, ਵੇਖੋ ਲਿਖਿਆ ਆਪਸ਼ਨ 'ਚ, ਆਪਸ਼ਨ ਸੀ, slept much less than a normal child। 11 ਦਾ ਆਨਸਰ ਹੈ ਸਾਡਾ ਕਿਹੜਾ ਆਪਸ਼ਨ ਸੀਗਾ? ਧਿਆਨ ਨਾਲ ਸੀ। ਦੇਖਿਆ, ਜੇ ਮੈਂ ਭੁੱਲ ਗਈ ਕਿ ਕਿਹੜਾ ਆਪਸ਼ਨ ਸੀਗਾ ਤੁਸੀਂ ਵੀ ਭੁੱਲ ਸਕਦੇ ਹੋ, ਧਿਆਨ ਰੱਖਿਓ। Next, ਹੋਮੀ was more informed than the other boys of his age because ਹੁਣ ਹੋਮੀ ਨੂੰ ਜ਼ਿਆਦਾ ਇਨਫੋਰਮੇਸ਼ਨ ਸੀ ਆਪਣੀ ਏਜ ਦੇ ਬਾਕੀ ਮੁੰਡਿਆਂ ਨਾਲੋਂ। ਕਿਉਂ? ਹੁਣ ਤੁਸੀਂ ਦੱਸੋ ਤੁਹਾਨੂੰ ਇਨਫੋਰਮੇਸ਼ਨ ਕਿੱਥੋਂ ਮਿਲਦੀਆਂ ਨੇ? ਅੱਜ ਦੇ ਟਾਈਮ ਵਿੱਚ ਜਾਂ ਤੇ ਬੁੱਕਸ ਜਾਂ ਫੋਨ ਤੋਂ। ਠੀਕ ਹੈ, ਹੁਣ ਉਸ ਟਾਈਮ ਤੇ ਫੋਨ ਤੇ ਸੀਗੇ ਨਹੀਂ, ਤੇ ਕੀ ਹੋਏਗਾ? ਆਪਸ਼ਨ ਦੱਸੋ। ਸੋ ਅਕੋਰਡਿੰਗ ਟੂ that ਆਨਸਰ ਬਣ ਰਿਹਾ ਹੈ he was introduced to book at a very early age। ਉਹਨੂੰ ਬਹੁਤ early age 'ਚ ਬੁੱਕਸ ਇੰਟਰੋਡਿਊਸ ਕਰ ਦਿੱਤੀਆਂ ਗਈਆਂ ਸੀ। 12 ਦਾ ਆਨਸਰ ਆਏਗਾ ਆਪਸ਼ਨ ਬੀ 2, ਦੋਨੋਂ ਅਸੀਂ ਫਿਲ ਕਰ ਦਾਂਗੇ। 13th,
That news thrilled his parents. ਇਸ news ਨੇ ਉਹਨਾਂ ਦੇ parents ਨੂੰ thrill ਕਰਤਾ. What was the news? ਹੁਣ ਇਹ comma 'ਚ ਲਿਖਿਆ ਹੋਇਆ ਹੈ inverted. ਇਹਦਾ ਮਤਲਬ exact line ਸਾਡੇ paragraph 'ਚ ਹੈਗੀ ਹੈ, which is this. ਇਸ ਤੋਂ ਪਹਿਲੇ ਵਾਲੀ line ਨੂੰ read ਕਰੋ ਜਾਂ ਬਾਅਦ ਵਾਲੀ line ਨੂੰ read ਕਰੋ. Homie had a super active brain. ਉਹਦਾ brain ਬਹੁਤ active ਸੀ, super active, ਬਹੁਤ ਹੀ ਜ਼ਿਆਦਾ. It was ticking away merrily, handingly streams of new ideas and novel thoughts. ਹੁਣ ਇਹ ਤੋਂ ਪਤਾ ਚੱਲ ਰਿਹਾ ਹੈ ਕਿ ਉਹ ਬੱਚਾ ਕਾਫੀ extraordinary ਸੀ, exceptional ਸੀਗਾ. ਠੀਕ ਹੈ, ਵੇਖੋ ਕੋਈ option 'ਚ word ਆ ਰਿਹਾ ਹੈ exceptional ਜਾਂ extraordinary? ਹਾਂਜੀ ਆ ਰਿਹਾ. Homie was an exceptionally talented child. ਇਸ ਲਈ ਉਹਦੇ parents thrilled ਸੀਗੇ. 13 ਦਾ option D ਆਏਗਾ. ਅਸੀਂ ਇੱਥੇ 4 ਨੰਬਰ ਨੂੰ fill ਕਰ ਦਾਂਗੇ. Next, which of the following strategies did his parents not adopt? ਹੁਣ ਇਹਨਾਂ ਵਿੱਚ ਕਿਹੜੀ strategies ਉਹਦੇ parents ਨੇ adopt ਨਹੀਂ ਕੀਤੀਆਂ ਸੀ? ਠੀਕ ਹੈ, ਹੁਣ parents ਨੂੰ ਇਹ ਤਾਂ ਪਤਾ ਸੀ ਉਹਨਾਂ ਦਾ ਬੱਚਾ ਸੁਪਰ ਨੈਚੁਰਲ ਹੈ. ਠੀਕ ਹੈ, ਹੁਣ ਉਹਦੇ ਵਾਸਤੇ ਕੁਛ ਨਾ ਕੁਛ ਤੇ strategies ਉਹਨਾਂ ਨੇ plan ਕੀਤੀਆਂ ਹੋਣਗੀਆਂ because ਉਹ normal child ਤੋਂ ਜ਼ਿਆਦਾ intelligent ਸੀਗਾ. Option A, brought several books for him. ਸਾਨੂੰ ਇਹ ਤੇ ਪਤਾ ਹੈ ਕਿ ਇਹ ਉਹਨਾਂ ਨੇ ਕੀਤਾ ਸੀਗਾ because ਉੱਪਰ option ਹੈ ਕਿ ਉਹਦੇ books, ਉਹਦੇ ਕੋਲ ਕਾਫੀ books ਹੈਗੀਆਂ ਸੀ early age 'ਚ. Took him to many teachers. ਬਹੁਤ ਸਾਰੇ teachers ਕੋਲ ਲੈ ਕੇ ਗਏ ਸੀ. Provided western music record for him, introduced him to the masters of literature. ਹੁਣ ਇਹਨਾਂ ਨੇ ਕਿਹਾ not. ਠੀਕ ਹੈ, ਇਨ ਚਾਰਾਂ ਵਿੱਚੋਂ ਜੋ ਵੀ ਆਨਸਰ ਹੋਏਗਾ ਉਹ ਲਾਈਨ ਪੈਰਾਗ੍ਰਾਫ 'ਚ ਨਹੀਂ ਹੋਏਗੀ. ਠੀਕ ਹੈ, ਇਹ ਲਾਈਨ ਤੇ ਹੈਗੀ ਹੈ ਕਿ ਬੁੱਕਸ ਨੂੰ ਮਿਲੀ ਸੀ. ਹੁਣ ਇਨ ਤਿੰਨਾਂ ਵਿੱਚੋਂ ਵੇਖੋ ਕਿਹੜੀ ਲਾਈਨ ਪੈਰਾਗ੍ਰਾਫ 'ਚ ਨਹੀਂ ਹੈ. ਟੀਚਰਸ, he took him to many teachers, western music record word ਲੱਭਣਾ ਹੈ ਤੇ master of literature ਲੱਭਣਾ ਹੈ. ਵੇਖੋ ਜ਼ਰਾ ਹੁਣ ਇੱਥੇ ਆ ਗਿਆ ਕਿ thrilled ਹੋ ਗਏ ਸੀਗੇ, ਇੱਥੇ ਆ ਗਿਆ books, collection of western music ਉਹ ਵੀ ਦੇਤਾ, great masters of the in the field of literature ਵੀ ਲੈ ਗਏ. ਇਹਦਾ ਮਤਲਬ ਕਿ ਉਹਨਾਂ ਨੂੰ different teachers ਕੋ ਨਹੀਂ ਲੈ ਕੇ ਗਏ. ਇਹਦਾ ਮਤਲਬ option B ਸਾਡਾ ਆਨਸਰ ਹੈ. 14th 'ਚ ਅਸੀਂ option 2 ਨੂੰ fill ਕਰ ਦਾਂਗੇ. Next, which one of the following is not true about Homie? ਕਿਹੜੀ ਚੀਜ਼ Homie ਬਾਰੇ ਸਹੀ ਨਹੀਂ ਹੈ? Homie is a talented child. ਇਹ ਸਾਨੂੰ ਪਤਾ ਹੀ ਹੈ. He is talented. He slept much less than normal children. ਉਹ normal ਬੱਚਿਆਂ ਨਾਲੋਂ ਘੱਟ ਸੌਂਦਾ ਸੀ. ਇਹ ਵੀ ਸਾਨੂੰ ਪਤਾ ਹੀ ਹੈ. ਸਾਡੇ question number 1 ਦਾ answer ਸੀ. He criticized Einstein's theory. ਉਹਨੇ Einstein ਦੀ theory ਨੂੰ criticize ਕੀਤਾ ਸੀਗਾ. And D, he read lots of book. ਉਹ ਕਾਫੀ ਕਿਤਾਬਾਂ ਪੜ੍ਹਦਾ ਸੀ. ਹੁਣ ਮੇਰੇ accordingly ਇਹ ਤਿੰਨੋਂ ਚੀਜ਼ਾਂ ਉਹਦੇ ਬਾਰੇ ਸਹੀ ਨੇ ਤੇ C ਹੀ ਸਾਡਾ incorrect answer ਹੈ ਜੋ not true ਹੈਗਾ. ਸਾਨੂੰ ਪੈਰਾਗ੍ਰਾਫ ਪੜ੍ਹਨ ਦੀ ਲੋੜ ਹੈ ਨਹੀਂ ਇਹਦੇ ਲਈ. ਸਾਡਾ ਆਨਸਰ ਆ ਗਿਆ 15th ਦਾ C. ਅਸੀਂ 15 ਦੇ ਅੱਗੇ 3 ਨੂੰ ਸਰਕਲ ਕਰ ਦਾਂਗੇ. ਚੰਗੀ ਤਰ੍ਹਾਂ ਫਿਲ ਕਰਨਾ ਇਹਨੂੰ. ਠੀਕ ਹੈ, ਸਰਕਲ ਨੂੰ ਫਿਲ ਕਰਨਾ ਹੈ. ਸੌਰੀ. ਨੈਕਸਟ ਅਗੇਨ ਪੈਰਾਗ੍ਰਾਫ ਆਇਆ, ਲੰਬਾ ਪੈਰਾਗ੍ਰਾਫ ਹੈ, ਪੜ੍ਹਨ ਸਮਝਿਆ ਪਰ ਨਹੀਂ ਸਮਝ ਲੱਗਾ. Largest animals living in the present and the past are. ਹੁਣ ਸਿੰਪਲੀ ਇੱਥੇ largest living animals ਤੇ past ਮਰ ਚੁੱਕੇ animal ਦੇ ਬਾਰੇ ਪੜ੍ਹਨਾ ਹੈ. Some dinosaurs were the largest. मतलब है हो गया एक ऑप्शन साढ़े एक ऑप्शन भी आंसर ते आना चाहिए था. The largest living animals क्या जिंदा ने तो इसका मतलब कि ऑप्शन आएगा ऑप्शन B, blue whale and dinosaur. 16 दे अगे ऑप्शन B. चंगी तरह फिल कर लेना. मैं टाइम दी शॉर्टेज के कारण ज़्यादा उन्होंने चंगी तरह नहीं करांगी. How do scientists calculate the age of blue whale? हुन blue whale दी age किवें कैलकुलेट की जाती है? Blue whale दे पैराग्राफ च आओ देखो age कित्थे लिखिया होया है. Age of blue whale by calculating the layers of the wax in the air. Exact line लबो. Wax in the air word लबो. Next option च wax in the air, counting the layers of wax air. Option D. 17 option D. चंगी तरह फिल कर देना आगे. Next, what is the group of giraffes called? जिराफ ਦੇ ਝੁੰਡ ਨੂੰ ਕੀ ਕਿਹਾ ਜਾਂਦਾ ਹੈ? जिराफ वाले सेक्शन ਤੇ आओ कित्थे लिखिया जिराफ? ਇਹ लिखिया है. ਹੁਣ देखो the other members in the tar are called females, calves and young males. ਹੁਣ ਇਹਦਾ ਮਤਲਬ tar ਕੀ ਹੁੰਦਾ ਹੈ? A group of giraffes is aptly called a tar. Answer आ गया exact tar. Option C. 18 ਦੇ ਅੱਗੇ C ਨੂੰ ਫਿਲ ਕਰ ਦਾਂਗੇ. ਤੁਸੀਂ ਚੰਗੀ ਤਰ੍ਹਾਂ ਫਿਲ ਕਰਨਾ ਹੈ. ਮੈਂ ਵੀਡੀਓ ਲੌਂਗ ਨਹੀਂ ਖਿੱਚ ਲਈ ਇਸ ਲਈ small dots ਲਗਾ ਰਹੀ ਹਾਂ. Which of these pieces of information are arranged in a particular orders in the table? ਹੁਣ
ਟੇਬਲ ਨੂੰ ਵੇਖ ਕੇ ਦੱਸੋ ਕਿਹੜੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਅਰੇਂਜ ਕੀਤਾ ਹੋਇਆ ਹੈ। ਟੇਬਲ ਕਿਸ ਮੈਨਰ ਨਾਲ ਅਰੇਂਜ ਹੋਇਆ ਹੋਇਆ ਹੈ। ਸਿੰਪਲ ਦੇਖੋ ਅਰੇਂਜਮੈਂਟ ਦੇਖਣੀ ਹੈ। ਅਬਾਊਟ ਦ ਐਨੀਮਲ, ਲੈਂਥ, ਹਾਈਟ, weight, food habits। ਹੁਣ ਕਿਸੇ ਵੀ ਤਿੰਨ ਚੀਜ਼ ਜਾਂ ਦੋ ਚੀਜ਼ਾਂ ਨੂੰ ਸਿਮੈਟ੍ਰੀਕਲ ਥੱਲੇ ਲਿਖ ਸਕਦੇ ਨੇ, ਜ਼ਰੂਰੀ ਨਹੀਂ ਚਾਰੋਂ ਲਿਖੀਆਂ ਹੋਣ। ਤੇ ਵੇਖੋ ਓਨਲੀ weight ਹੈ, ਨਹੀਂ, ਸਿਰਫ weight ਤੇ ਲਿਖਿਆ ਨਹੀਂ ਹੈ। ਹਾਈਟ ਐਂਡ weight ਹੈ, ਹਾਂ ਸਿਮੈਟਰੀ ਚ ਹਾਈਟ ਐਂਡ weight ਆ ਰਿਹਾ ਹੈ। ਫੂਡ ਹੈਬਿਟ ਐਂਡ ਹਾਈਟ, ਫੂਡ ਹੈਬਿਟ ਐਂਡ ਚ ਹੈਗਾ, ਹਾਈਟ ਤੋਂ ਬਾਅਦ ਹੈਗਾ, ਪਹਿਲੇ ਨਹੀਂ ਹੈਗਾ, ਇਹ ਵੀ ਨਹੀਂ ਆਂਸਰ ਹੈ। ਏਜ, weight ਐਂਡ ਹਾਈਟ, ਇਹ ਵੀ ਸਿਮੈਟਰੀ ਆ ਰਹੀ ਹੈ। ਹੁਣ ਇੱਥੇ ਤਿੰਨ ਚੀਜ਼ਾਂ ਕਵਰ ਹੋ ਰਹੀਆਂ, ਇਸ ਲਈ ਅਸੀਂ ਡੀ ਨੂੰ ਟਿਕ ਕਰਾਂਗੇ। 19 ਦੇ ਅੱਗੇ option 4। Next is which of the following eats leaves, insects, lizards, fruits, etc. ਹੁਣ ਕਿਹੜਾ ਇਹਨਾਂ ਵਿੱਚੋਂ ਹੈਗਾ ਹੈ ਜੋ ਐਨੀਮਲਸ ਤੇ ਫਰੂਟਸ ਮਤਲਬ ਕਿ ਪਲਾਂਟਸ ਉਹਨਾਂ ਨੂੰ ਖਾਂਦਾ ਹੈ, ਮੀਨਸ ਓਮਨੀਵੋਰਸ ਹੈ। ਹੁਣ ਸਿੰਪਲੀ ਤੁਸੀਂ ਦੇਖੋ ਉੱਥੇ ਵੇਖੋ ਕਿਹੜਾ ਓਮਨੀਵੋਰਸ ਹੈ। ਹਰਬੀਵੋਰ, ਕਾਰਨੀਵੋਰ, ਹਰਬੀਵੋਰ, ਕਾਰਨੀਵੋਰ, ਕਾਰਨੀਵੋਰ, ਓਮਨੀਵੋਰ, ਮਤਲਬ ਕਿ ਜੋ ਦੋਨੋਂ ਖਾਂਦੇ ਨੇ। ਕਿਹੜਾ ਜੀ? ਆਸਟ੍ਰਿਚ। ਆਪਸ਼ਨ ਆਏਗਾ ਸੀ ਆਸਟ੍ਰਿਚ। 20 ਦੇ ਅੱਗੇ ਤੁਸੀਂ 3 ਨੰਬਰ ਨੂੰ ਸੀ ਨੂੰ ਭਰ ਦੇਣਾ। ਨੈਕਸਟ ਹੁਣ ਇੱਕ ਪਾਈ ਚਾਰਟ ਦਿੱਤਾ ਹੈ, ਵੈਸੇ ਤਾਂ ਈਜ਼ੀ ਹੈ ਬਟ ਨਹੀਂ ਸਮਝ ਲੱਗਾ, ਵੇਖਦੇ हैं। The given chart compares online sales of retail sector in the years of। ਹੁਣ ਕਿਹੜੇ ਸਾਲਾਂ ਦੀ ਰਿਟੇਲ ਨੂੰ ਸਟੱਡੀ ਕੀਤਾ ਜਾ ਰਿਹਾ? ਈਜ਼ੀ ਹੈ, 2005 ਤੇ 2010। ਕਿੱਥੇ ਹੈ ਜੀ 2005-10? ਆਪਸ਼ਨ ਬੀ। 21 ਦੇ ਅੱਗੇ ਬੀ ਨੂੰ 2 ਨੂੰ ਭਰ ਦੋ। Next 22 the majority of online sales in the year 2005 covered dash। ਹੁਣ 2005 ਚ ਮੈਜੋਰਟੀ ਕਿਹੜੀ ਸੇਲ ਹੋਈ ਹੈ? ਤੁਸੀਂ ਬਸ ਇਹ ਵੇਖਣਾ ਕਿਹੜਾ ਰੰਗ ਸਭ ਤੋਂ ਜ਼ਿਆਦਾ ਹੈ। ਬਲੂ 35%, ਕੀ ਹੈਗਾ 35% ਬਲੂ ਕਲਰ ਦਾ? ਇਲੈਕਟ੍ਰੋਨਿਕਸ ਐਂਡ ਐਪਲੀਕੇਸ਼ਨਸ। ਠੀਕ ਹੈ, ਹੁਣ 2005 ਦੀ ਗੱਲ ਹੋਈ ਹੈ, ਧਿਆਨ ਨਾਲ ਵੇਖ ਲਓ, 2005 ਹੀ ਵੇਖਿਆ ਹੈ ਨਾ? ਹਾਂਜੀ 2005 ਹੀ ਵੇਖਿਆ ਸੀ। ਕੀ ਆਏਗਾ? ਆਪਸ਼ਨ ਸੀ ਇਲੈਕਟ੍ਰੋਨਿਕਸ ਐਂਡ ਐਪਲੀਕੇਸ਼ਨ। ਐਂਡ 22 ਦੇ ਅੱਗੇ ਅਸੀਂ ਭਰ ਦੇਣਾ ਆਪਣਾ ਆਪਸ਼ਨ ਕਿਹੜਾ? ਸੀ। ਚੈੱਕ ਕਰ ਲੈਣਾ ਇੱਕ ਵਾਰ ਭਰਨ ਤੋਂ ਪਹਿਲਾਂ ਕਿ ਇਹੀ ਭਰ ਰਹੇ ਹਾਂ ਨਾ ਅਸੀਂ। ਨੈਕਸਟ in the year of 2010 sale of dash increased by 5%। ਹੁਣ 2010 ਵਿੱਚ ਕਿਹੜੀ ਜਿਹੜੀ ਸੇਲ ਹੈ ਉਹ 5% ਭਰ ਗਈ ਹੈ, ਮਤਲਬ ਵੱਧ ਗਈ ਹੈ। ਕਿਹਦੀ ਵੱਧਦੀ ਹੈ ਦੱਸੋ? ਆ ਦੇਖੋ ਇੱਥੇ 18, ਇੱਥੇ 23 ਹੋ ਗਈ ਹੈ। ਕਿਹੜੀ ਹੈ? ਵੀਡੀਓ ਗੇਮਸ, ਤੁਹਾਡੀ ਫੇਵਰਟ ਵੀਡੀਓ ਗੇਮਸ ਹੈ ਨਾ? ਆਪਸ਼ਨ ਏ ਵੀਡੀਓ ਗੇਮ। 23 ਦੇ ਅੱਗੇ ਅਸੀਂ ਭਰ ਦਾਂਗੇ ਨੰਬਰ 1 ਨੂੰ। Next is in 2010 food and beverages online sale was dash। ਹੁਣ 2010 ਵਿੱਚ ਫੂਡ ਤੇ ਬੇਵਰੇजेस ਦੀ ਸੇਲ ਕਿੰਨੀ ਹੈ? ਲਿਖਿਆ ਹੀ ਆ ਰਿਹਾ, orange ਹੈ, orange ਹੈ 32%। ਆਪਸ਼ਨ ਡੀ 32%। 24 ਦੇ ਅੱਗੇ ਆਪਸ਼ਨ ਡੀ ਨੂੰ 4 ਨੂੰ ਫਿਲ ਕਰ ਦੇਣਾ। Which item online sale has fallen down by 10% in 2010? ਕਿਹਦੀ ਸੇਲ 2010 ਵਿੱਚ 10% ਘਟ ਗਈ ਹੈ? ਵੇਖੋ ਸਿੰਪਲ ਹੈ, ਇੱਥੇ ਚੀਜ਼ ਗ੍ਰੇ ਰੰਗ ਜ਼ਿਆਦਾ ਹੈ, ਇੱਥੇ ਘੱਟ ਹੈ। 25 ਮਾਈਨਸ 15 10 ਹੈ, ਤਾਂ ਮਤਲਬ 10% ਹੈ ਸੇਲ ਡਿੱਗ ਗਈ ਹੈ। ਕਿਹਦੀ? ਹੋਮ ਫਰਨਿਸ਼ਿੰਗ ਦੀ। ਕਰੋ ਟਿਕ ਸੀ ਨੂੰ। 25 ਦੇ ਅੱਗੇ ਕਿਹੜਾ ਆਪਸ਼ਨ ਭਰਾਂਗੇ ਬੱਚਿਓ ਅਸੀਂ? ਸੀ ਮੀਨਸ 3। ਅਸੀਂ 25 ਤੱਕ ਪਹੁੰਚੇ ਹਾਂ, 10 ਕੁਐਸਚਨਸ ਅਜੇ ਹੋਰ ਪਏ ਨੇ। ਪੋਮ ਪੜ੍ਹੀ, ਪੋਮ ਸਮਝਣਾ ਥੋੜਾ ਡਿਫਿਕਲਟ ਹੋ ਜਾਂਦਾ ਬੱਚਿਆਂ ਲਈ ਬਿਕੋਜ਼ ਪੋਇਟ ਨੇ ਲਿਖੀ ਹੈ। ਮੈਨੂੰ ਪਹਿਲੇ ਆਪਣੇ ਆਪ ਨੂੰ ਇਲੈਬੋਰੇਟ ਕਰਨਾ ਪੈਂਦਾ ਸਿੰਪਲ ਇੰਗਲਿਸ਼ 'ਚ, ਫਿਰ ਤੁਸੀਂ ਇਹਨੂੰ ਸਮਝਦੇ ਹੋ, ਬਟ ਨਹੀਂ ਸਮਝ ਪਾਏ। ਵਟ ਡੂ ਦ ਵੀਵਰਸ ਵੀਵ ਇਨ ਦ ਅਰਲੀ ਮੋਰਨਿੰਗ, ਮਤਲਬ ਸਵੇਰੇ ਸਵੇਰੇ ਉਹ ਕੀ ਵੀਵ ਕਰ ਰਹੇ ਨੇ। ਹੁਣ ਅਰਲੀ ਮੋਰਨਿੰਗ ਕਿੱਥੇ ਹੈ? ਅਰਲੀ ਮੋਰਨਿੰਗ ਨੂੰ ਡੇ ਆਫ ਦ ਬ੍ਰੇਕ ਵੀ ਕਿਹਾ ਜਾਂਦਾ ਹੈ। ਸਵੇਰੇ ਸਵੇਰੇ ਉਹ ਕੀ ਬਣਾ ਰਹੇ ਨੇ? ਬਲੂ ਲਿਖਿਆ ਆ ਰਿਹਾ ਇੱਥੇ, ਬਲੂ ਐਜ਼ ਅ ਵਿੰਗ ਆਫ ਫੈਲਕਨ ਵਾਈਲਡ। ਹੁਣ ਇੱਥੇ ਬਲੂ ਕਲਰ ਲਿਖਿਆ ਕਿਤੇ? ਹਾਂਜੀ ਬ੍ਰਾਈਟ ਬਲੂ ਕਲੋਥ। ਆਪਸ਼ਨ ਏ। 26 ਦਾ ਆਂਸਰ ਹੈ ਆਪਸ਼ਨ ਏ। ਨੈਕਸਟ ਇਜ਼ the dash is purple and green colored। ਹੁਣ ਕਿਹੜਾ ਪਰਪਲ ਤੇ ਗ੍ਰੀਨ ਕਲਰ ਦਾ ਹੈਗਾ ਹੈ? ਸਿੰਪਲ ਹੈ, ਪਰਪਲ ਗ੍ਰੀਨ ਕਲਰ ਲੱਭੋ ਕਿੱਥੇ ਲਿਖਿਆ ਹੋਇਆ ਹੈ ਪਰਪਲ ਐਂਡ ਗ੍ਰੀਨ, ਤੇ ਕੀ ਹੈਗਾ ਹੈ? ਮੈਰਿਜ ਵੇਲ ਆਫ ਅ ਕੁਈਨ। ਦੇਖੋ ਲਿਖਿਆ ਹੈ ਮੈਰਿਜ ਵੇਲ ਆਫ ਦ ਕੁਈਨ, ਹਾਂ ਕੁਈਨਸ ਮੈਰਿਜ ਵੇਲ। ਆਪਸ਼ਨ ਸੀ। 27 ਦੇ ਅੱਗੇ ਸੀ ਨੰਬਰ 3 ਨੂੰ ਫਿਲ ਕਰ ਦੋ। ਨੈਕਸਟ whom does the poet address in the poem। ਹੁਣ ਪੋਇਟ ਨੇ ਪੋਮ ਚ ਕਿਹਦੇ ਬਾਰੇ ਜ਼ਿਕਰ ਕੀਤਾ ਹੋਇਆ ਹੈ? ਸਭ ਤੋਂ ਪਹਿਲੇ ਤੇ ਵੀਵਰ ਬਾਰ ਬਾਰ ਬੋਲ ਰਿਹਾ ਹੋ।
ਉਸ ਤੋਂ ਬਾਅਦ ਉਹਨੇ ਚਾਈਲਡ ਦਾ ਨਾਮ ਵੀ ਲਿੱਤਾ, ਉਹਨੇ ਕੁਈਨ ਦਾ ਨਾਮ ਵੀ ਲਿੱਤਾ। ਵੇਖੋ ਆਪਸ਼ਨਸ ਹੈਗੇ ਨੇ, ਤਿੰਨੋਂ ਆਪਸ਼ਨਸ ਹੈਗੇ ਨੇ, ਦਾ ਮਤਲਬ ਆਪਸ਼ਨ ਡੀ ਆਲ ਆਫ ਦੀ ਅਬਵ। 28 ਦੇ ਅੱਗੇ ਡੀ ਨੰਬਰ 4 ਨੂੰ ਅਸੀਂ ਭਰ ਦਾਂਗੇ। ਨੈਕਸਟ ਇਜ਼ what do the weavers weave in the chilly moonlight? ਹੁਣ chilly moonlight ਮਤਲਬ ਰਾਤ ਦੇ ਟਾਈਮ ਤੇ ਵੀਵਰ ਕੀ ਬੁਣ ਰਹੇ ਨੇ। ਹੁਣ ਜਿਵੇਂ ਤੁਸੀਂ ਵੇਖੋਗੇ ਇੱਥੇ ਆਇਆ moonlight chill, ਤੇ ਉਹ ਕੀ ਬੁਣ ਰਹੇ ਨੇ, white as feather, white as cloud, we weave a dead man's funeral shroud। ਮਤਲਬ ਕਿ ਜੋ ਉਹਦੇ ਮੌਤ ਦੇ ਟਾਈਮ ਤੋਂ ਉਹਦੇ ਉੱਪਰ ਉਹ ਵਾਈਟ ਜਿਹੜਾ ਕੱਪੜਾ ਦਿੱਤਾ ਜਾਏਗਾ ਉਹ ਬੁਣਦੇ ਪਏ ਨੇ। ਤੇ ਕੀ ਹੈਗਾ ਦੱਸੋ ਹੁਣ, a garment meant to cover a dead man, option B। 29 ਦੇ ਅੱਗੇ 29 ਦੇ ਅੱਗੇ B ਨੂੰ ਅਸੀਂ ਭਰ ਦਾਂਗੇ, ਨੰਬਰ 2 ਨੂੰ ਭਰਾਂਗੇ। ਲਾਸਟ ਇਜ਼ the 3 stages of life mentioned in the poem are। ਕਿਹੜੇ 3 ਸਟੇजेस ਲਾਈਫ ਦੀਆਂ ਮੈਂਸ਼ਨ ਕੀਤੀਆਂ ਗਈਆਂ ਨੇ, ਜੇ ਤੁਸੀਂ ਆਪਸ਼ਨਸ ਭਰੇ ਨੇ, ਆਨਸਰਸ ਦਿੱਤੇ ਨੇ ਉੱਪਰ। ਬੱਚੇ ਦੀ ਗੱਲ ਹੋਈ, ਮੈਰਿਜ ਦੀ ਗੱਲ ਹੋਈ, ਮਰਨ ਦੀ ਗੱਲ ਹੋਈ। ਇਹਦਾ ਮਤਲਬ ਕੀ, ਇਨਫੈਂਸੀ, ਯੂਥ ਐਂਡ ਡੈਥ, ਆਪਸ਼ਨ B। 30 ਨੰਬਰ ਤੇ ਅੱਗੇ 30 ਦੇ ਅੱਗੇ ਅਸੀਂ ਆਪਸ਼ਨ ਕਿਹੜਾ ਸੀਗਾ, B ਸੈਕਿੰਡ ਨੰਬਰ ਨੂੰ ਭਰ ਦਾਂਗੇ। ਕਨਫਰਮ ਕਰ ਲੈਣਾ ਚਾਹੀਦਾ ਜੇ ਡਾਊਟ ਹੋਵੇ ਤਾਂ। ਹੁਣ ਸਾਡੇ ਲਾਸਟ 5 ਕੁਐਸਚਨਸ ਰਹਿ ਗਏ ਨੇ। ਇਹ ਸਾਡਾ ਗ੍ਰਾਫ ਹੈ, ਗ੍ਰਾਫ ਚਾਰਟ ਹੈ। ਇੱਥੇ ਕੀ ਲਿਖਿਆ ਹੋਇਆ ਦੇਖੋ, ਸ਼ਾਰਟ ਵੇਵ ਸਮਝੋ, ਸਬਜੈਕਟਸ ਦੇ ਨੇਮ ਹੈ, ਸਾਲ ਨੇ, ਠੀਕ ਹੈ। ਇਹਦੇ ਨਾਲ ਰਿਲੇਟਡ ਕੁਐਸਚਨਸ ਪੁੱਛੇ ਜਾਣਗੇ। In which two subjects the number of students were the same in 2004 2005 and 2006 to 2007? ਕਿਹੜੇ ਸਬਜੈਕਟਸ ਨੰਬਰ ਆਫ ਸਟੂਡੈਂਟ ਸੇਮ ਹੈਗੇ ਨੇ। 2004-5 ਦੀ ਤੇ 5-6-7 ਦੀ ਗੱਲ ਹੋ ਰਹੀ ਹੈ। ਰੰਗ ਵੇਖੋ, ਬਲੂ ਤੇ ਗ੍ਰੀਨ, ਇਹ ਸਾਡੇ ਬਲੂ ਤੇ ਗ੍ਰੀਨ ਸਾਡੇ 2 ਸਾਲ ਨੇ। ਕਿਹੜੇ ਸਟੂਡੈਂਟ ਸੇਮ ਨੇ, ਇਹ ਦੇਖੋ, ਇਹ ਵੀ ਸੇਮ ਨਹੀਂ ਹੈ, ਇਹ ਵੀ ਸੇਮ ਨਹੀਂ। ਹੁਣ ਇੱਕ ਇਹ ਵਾਲਾ ਸੇਮ ਹੈ ਤੇ ਇੱਕ ਇਹ ਵਾਲਾ ਸੇਮ ਹੈ, ਤੇ ਕਿਹੜੇ 2 ਸੇਮ ਨੇ, ਕੰਪਿਊਟਰ ਸਾਇੰਸ ਐਂਡ ਹਿਸਟਰੀ, ਆਪਸ਼ਨ C। In which year the number of science students was the highest? ਕਿਹੜੇ ਸਾਲ ਚ ਸਾਇੰਸ ਦੇ ਸਟੂਡੈਂਟ ਸਭ ਤੋਂ ਜ਼ਿਆਦਾ ਸੀ। ਸਾਇੰਸ ਦਾ ਕਿਹੜਾ ਰੰਗ ਹੈ, ਸਾਇੰਸ ਦਾ ਨਾਮ ਲਿਖਿਆ ਹੋਇਆ, ਠੀਕ ਹੈ। ਹੁਣ ਕਿਹੜਾ ਸਨ ਹੈ, ਕਿਹੜਾ ਰੰਗ ਹੈ, ਰੈੱਡ ਹੈ। ਕਿਹੜਾ ਸਨ ਹੈ, 2005 ਤੋਂ 6, ਆਪਸ਼ਨ A 2005 ਤੋਂ 6। ਤੁਸੀਂ ਇੱਕ ਚੀਜ਼ ਨੋਟ ਨਹੀਂ ਕੀਤੀ ਕਿ ਮੈਮ ਨੇ 31 ਦਾ ਆਨਸਰ ਨਹੀਂ ਪੜਿਆ। ਸੇਮ ਗਲਤੀ ਤੁਹਾਡੇ ਨਾਲ ਵੀ ਹੋ ਸਕਦੀ ਹੈ ਕਿ ਤੁਸੀਂ ਕੁਐਸਚਨ ਸੋਲਵ ਕਰਨ ਚ ਇੰਨੇ ਰੁੱਝ ਜਾਓਗੇ ਕਿ ਤੁਸੀਂ ਭੁੱਲ ਜਾਓਗੇ ਤੁਸੀਂ 31 ਸੋਲਵ ਨਹੀਂ ਕੀਤਾ, ਤੁਸੀਂ 32 ਦਾ ਆਨਸਰ 31 ਦੇ ਅੱਗੇ ਭਰ ਦੋਗੇ, ਠੀਕ ਹੈ। ਗਲਤੀ ਨਹੀਂ ਕਰਨੀ ਹੈ, ਨਾਲ ਦੇ ਨਾਲ ਭਰੋ। ਕੁਛ ਮੈਂ ਜਾਣਬੁੱਝ ਕੇ ਕੀਤਾ ਹੈ ਤਾਂ ਕਿ ਤੁਹਾਨੂੰ ਇਹ ਚੀਜ਼ ਮੈਂ ਪ੍ਰੈਕਟੀਕਲੀ ਕਰਕੇ ਦਿਖਾਵਾਂ ਕਿ ਹਾਂ ਇਹ ਗਲਤੀਆਂ ਵੀ ਹੋ ਜਾਂਦੀਆਂ ਨੇ, ਠੀਕ ਹੈ। 31 ਦਾ ਆਨਸਰ ਹੈ C। 31 ਦੇ ਅੱਗੇ ਆਪਸ਼ਨ ਨੰਬਰ 3 ਨੂੰ ਕਰਨਾ ਹੈ, 32 ਦਾ ਨਾ ਕਰ ਦਿਓ, ਕਿਉਂਕਿ ਤੁਸੀਂ ਵੇਖੋਗੇ ਕਿ ਬਈ ਮੈਂ ਲਾਸਟ ਆ ਸੋਲਵ ਕੀਤਾ, ਹੁਣ 32 ਦਾ ਆਨਸਰ ਲਿਖਣਾ ਹੈ, ਠੀਕ ਹੈ। ਐਂਡ 32 ਦਾ ਹੈ A1। ਹਮੇਸ਼ਾ ਨੰਬਰ ਚੈੱਕ ਕਰਕੇ ਆਪਸ਼ਨ ਭਰਿਓ। Next 33, what is the difference between the students of language in 2005 4 to 5 and 6 to 7? ਹੁਣ language ਦੇ ਬੱਚਿਆਂ 'ਚ ਕਿੰਨਾ difference ਹੈ 2004 ਤੋਂ 5 ਦੇ ਵਿੱਚ ਤੇ 6 ਤੋਂ 7 ਦੇ ਵਿੱਚ। ਦੇਖੀਏ 4 ਤੋਂ 5 ਤੇ 6 ਤੋਂ 7, 4 ਤੋਂ 5 6 ਤੋਂ 7, blue green language, blue green ਦੇਖੋ ਹੁਣ ਇੱਥੇ ਆ ਗਿਆ 45 ਹੈ, 45 ਆ ਗਏ ਤੁਹਾਡੇ 15 ਬੱਚੇ ਘੱਟ ਨੇ, ਕਿਉਂਕਿ ਦੇਖੋ 45 to 50 5, 50 to 60 10, 10 plus 5 15, ਆਪਸ਼ਨ C। 33 ਦੇ ਅੱਗੇ ਆਪਸ਼ਨ C ਨੂੰ ਤੁਸੀਂ ਫਿਲ ਕਰਨਾ ਹੈ। ਲਾਸਟ ਸੈਕਿੰਡ ਕੁਐਸਚਨ ਇਜ਼ what is the total number of students studying in history in different years? ਹੁਣ ਹਿਸਟਰੀ ਵਿੱਚ ਕਿੰਨੇ ਬੱਚੇ ਪੜ੍ਹ ਰਹੇ ਨੇ ਪੂਰੇ ਸਾਲਾਂ ਵਿੱਚ, ਸਾਰੇ ਸਾਲਾਂ ਵਿੱਚ। ਹਿਸਟਰੀ ਕੱਢੋ, 10 plus 20 plus 70, 10 plus 20 30, 30 plus 70 100, ਆਪਸ਼ਨ ਕੀ ਆਏਗਾ C। 34 ਦੇ ਅੱਗੇ ਲਾਓ 3 ਨੰਬਰ ਨੂੰ C ਨੂੰ ਚੰਗੀ ਤਰ੍ਹਾਂ। And last is what is the total number of students studying different subjects in 2006 to 7? ਹੁਣ ਅਲੱਗ-ਅਲੱਗ ਸਬਜੈਕਟਸ ਨੂੰ ਪੜ੍ਹਨ ਵਾਲੇ 2006 ਤੋਂ 7 ਦੇ ਕਿੰਨੇ ਬੱਚੇ ਨੇ ਟੋਟਲ। ਹੁਣ ਦੇਖੋ ਵਿਚਕਾਰ ਹੈ 25, 25 plus 35 plus 45 plus 60, ਇਹਨੂੰ ਪਲੱਸ ਕਰਕੇ ਆਂਸਰ ਆਏਗਾ 175। ਆਪਸ਼ਨ C is your answer। 35 ਦੇ ਅੱਗੇ ਅਸੀਂ
C ਨੂੰ ਭਰ ਦਾਂਗੇ। ਹੁਣ ਸਾਡੇ ਅਕੋਰਡਿੰਗ ਟੂ ਅਸ ਸਾਡੇ ਸਾਰੇ ਆਨਸਰ ਸੋਲਵ ਹੋ ਗਏ ਨੇ। ਇੱਕ ਵਾਰ ਚੈੱਕ ਕਰਨਾ ਹੈ ਕਿ ਅਸੀਂ ਸਾਰੇ ਠੀਕ ਕੀਤੇ, ਟੈਲੀ ਕਰਨੇ ਆ। ਮੈਂ ਫਿਰ ਕਹਿ ਰਹੀ ਹਾਂ ਤੁਸੀਂ ਇਹਨੂੰ ਪ੍ਰੋਪਰ ਇੰਜ ਭਰਨਾ ਹੈ। ਮੈਂ ਇਸ ਲਈ ਨਹੀਂ ਭਰ ਪਾ ਰਹੀ ਬਿਕੋਜ਼ ਮੈਂ ਲੈਪਟਾਪ ਤੋਂ ਸੋਲਵ ਕਰ ਰਹੀ ਹਾਂ, ਮੇਰੇ ਲਈ ਡਿਫਿਕਲਟ ਹੈ ਇਹਨੂੰ ਚੰਗੀ ਤਰ੍ਹਾਂ ਭਰਨਾ। ਜੇ ਮੈਂ ਇਹਨੂੰ ਚੰਗੀ ਤਰ੍ਹਾਂ ਭਰਦੀ ਵੀ ਤੇ ਵੀਡੀਓ ਬਹੁਤ ਲੰਬੀ ਹੋ ਜਾਂਦੀ ਤੇ ਉਹਦਾ ਤੁਹਾਡੇ ਲਈ ਨੁਕਸਾਨ ਹੈ, ਤੁਹਾਨੂੰ ਜ਼ਿਆਦਾ ਦੇਰ ਇੱਥੇ ਬਹਿਣਾ ਪੈਂਦਾ। ਆਈ ਹੋਪ ਤੁਹਾਨੂੰ ਇਹ ਮੋਡਲ ਟੈਸਟ ਪੇਪਰ ਚੰਗੀ ਤਰ੍ਹਾਂ ਸਮਝ ਲੱਗਿਆ ਹੋਏਗਾ। ਅਪਾਰਟ ਫਰੋਮ ਦੈਟ, ਜੇ ਤੁਹਾਨੂੰ ਪੈਸੇ ਸਮਝ ਨਹੀਂ ਆ ਰਿਹਾ ਹੈ, ਤੁਸੀਂ ਫਿਰ ਵੀ ਆਨਸਰਸ ਕਿਵੇਂ ਦੇਣੇ ਨੇ ਤੁਹਾਨੂੰ ਮੈਂ ਉਹ ਵੀ ਟ੍ਰਿਕ ਦੱਸਤੀ ਹੈ। ਟਰਾਈ ਕਰੋ ਪੈਸੇਜ ਨੂੰ ਇੱਕ ਵਾਰ, ਦੋ ਵਾਰ, ਤਿੰਨ ਵਾਰ ਪੜੋ, ਨਹੀਂ ਸਮਝ ਆ ਰਿਹਾ ਬਟ ਜੇ ਲੱਗ ਰਿਹਾ ਕਿ ਟਾਈਮ ਜ਼ਿਆਦਾ ਵੇਸਟ ਹੋ ਰਿਹਾ ਤਦ ਹੀ ਇਹ ਟ੍ਰਿਕ ਅਪਣਾਉਣੀ ਹੈ ਕਿ ਅਸੀਂ ਕੁਐਸਚਨਸ ਦੇ ਵਿੱਚੋਂ ਵਰਡਸ ਚੁਣ ਕੇ ਅਸੀਂ ਪੈਰਾਗ੍ਰਾਫ ਚੋਂ ਵਰਡ ਲੱਭ ਕੇ ਆਨਸਰਸ ਦਈਏ, ਠੀਕ ਹੈ। ਕਿਉਂਕਿ ਅਸੀਂ ਰਿਸਕ ਨਹੀਂ ਲੈ ਸਕਦੇ ਨਾ, ਟਾਈਮ ਵੇਸਟ ਕਰਾਂਗੇ ਸਾਡਾ ਕੁਐਸਚਨ, ਸਾਡੇ ਜਿਹੜਾ ਪੇਪਰ ਹੈ ਉਹ ਕੰਪਲੀਟ ਨਹੀਂ ਹੋ ਪਾਏਗਾ। ਹੁਣ ਮੈਂ ਸ਼ਾਰਟ 'ਚ ਸੋਲਵ ਕਰਤਾ ਹੈ ਬਟ ਤੁਸੀਂ ਇਹਨੂੰ ਇੱਕ ਵਾਰ ਰੀਡ ਵੀ ਜ਼ਰੂਰ ਕਰਿਓ ਤਾਂ ਕਿ ਤੁਹਾਡੀ ਹੀ ਬੈਟਰ ਅੰਡਰਸਟੈਂਡਿੰਗ ਹੋਏਗੀ। ਹੋ ਸਕਦਾ ਹੈ ਕਿ ਇਹਦੇ ਵਿੱਚੋਂ ਕੋਈ ਪੈਰਾਗ੍ਰਾਫ ਤੁਹਾਡੇ ਮੇਨ ਪੇਪਰ 'ਚ ਆ ਜਾਏ। ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਯੂਸਫੁਲ ਲੱਗੀ ਹੋਏਗੀ। ਜੇ ਲੱਗੀ ਹੈ ਤੇ ਫਟਾਫਟ ਮੇਰੇ ਚੈਨਲ ਸੁਖਸ਼ਮ ਮੈਮ ਦੀ ਕਲਾਸਿਸ ਨੂੰ ਸਬਸਕ੍ਰਾਈਬ ਕਰ ਲਓ ਬਿਕੋਜ਼ ਹੁਣ ਮੈਂ ਰੈਗੂਲਰਲੀ ਮੋਡਲ ਟੈਸਟ ਪੇਪਰ ਸੋਲਵ ਕਰਕੇ ਪਾਉਣ ਵਾਲੀ ਹਾਂ ਬਿਕੋਜ਼ ਸਾਡੇ ਪੇਪਰ ਹੁਣ ਜ਼ਿਆਦਾ ਦੂਰ ਨਹੀਂ ਨੇ। ਟਿਲ ਦੈਨ, ਗੁੱਡ ਬਾਏ ਐਂਡ ਹੈਵ ਅ ਨਾਈਸ ਡੇ।